ਧੰਨ ਵਾਹਿਗੁਰੂ ਸਾਹਿਬ ਜੀ। ਬਲਿਹਾਰੀ ਗੁਰੂ ਆਪਣੇ ਦਿਓ ਹਾੜੀ ਸਦਵਾਰ। ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ। ਜੇ ਸੌ ਚੰਦਾ ਉਗਮੈ ਸੂਰਜ ਚੜ੍ਹੈ ਹਜ਼ਾਰ। ਇਤੇ ਚਾਨਣ ਹੁੰਦਿਆਂ ਗੁਰ ਬਿਨ ਘੋਰ ਅੰਧਾਰ। ਗੁਰ ਬਿਨ ਘੋਰ ਅੰਧਾਰ। ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿਧ। ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ। ਗੁਰੂ ਕਰ ਮਨ ਮੇਰੇ। ਗੁਰ ਕਰ ਸ਼ਬਦ ਸੁਪਨ। ਅਘਨ ਕੱਟੈ ਸਭ ਤੇਰੇ। ਗੁਰ ਨੈਣ ਬੈਣ। ਗੁਰ ਗੁਰ ਕਰੋ। ਗੁਰੂ ਸਤ ਕਵ ਨਲਿਆ ਕਹੈ। ਜਿਨ ਗੁਰੂ ਨ ਦੇਖਿਓ ਨਹਿ ਕੀਓ। ਤੇ ਅਕਿਆਥ ਸੰਸਾਰ ਮੈਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਇ। ਮਾਇਆ ਮੋਹ ਭਰਮ ਭੈ ਭੂਲੇ। ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਣਿਓ ਗੁਰ ਸੰਗਤ। ਤੇਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਭਾਟ ਕੀਰਤ ਕੀ। ਗੁਰੂ ਰਾਮਦਾਸ ਰੱਖੋ ਸ਼ਰਨਾਈ। ਤੁਮਰੀ ਸ਼ਰਨ ਤੁਮਾਰੀ ਆਸਾ। ਤੁਮ ਹੀ ਸੱਜਣ ਸੁਹੇਲੇ।
राखो हो राखण हार दयाला, नानक कर के गोले। सोए सुनंदड़ी मेरा तन मन मौला, नाम जपंदड़ी लाली। पंद जुलंदड़ी मेरा अंदर ठंडा, गुर दर्शन देख निहाली। सतनाम धन वाहिगुरु साहिब जी। बसंत महला पहला, सगल भवन तेरी माया मोह। मैं अवर नाम दिसै सर्ब तो, तू सुर नाथा देवा देव। हर नाम मिलै गुर चरण सेव, सगल भवन तेरी माया मोह। मैं अवर ना दिसै सर्ब तो, तू सुर नाथा देवा देव। हर नाम मिलै गुर चरण सेव, मेरे सुंदर गहर गंभीर लाल। गुरमुख राम नाम गुण गाए, तू अपरंपर सर्ब पाल रहाओ। बिन साध ना पाइयै हर का संग, बिन गुर मैल मलीन अंग। बिन हर नाम न सुध होए, गुर शब्द सलाहे साच सोए। जाको तू राखें रखन हार, सत गुरु मिला मैं करें सार। बिख हौ मैं ममता पर हराए, सब दुख विनाशे राम राय। उत्तम गत मित हर गुण शरीर, गुरमत प्रगटे राम नाम हीर। लिव लागी नाम तज दूजा भाओ, जन नानक हर गुर गुर मिलाओ।
ਊਤਮ ਗਤ ਮਿਤ ਹਰ ਗੁਣ ਸ਼ਰੀਰ, ਗੁਰਮਤਿ ਪ੍ਰਗਟੇ RAM ਨਾਮ ਹੀਰ। ਲਿਵ ਲਾਗੀ ਨਾਮ ਤਜ ਦੂਜਾ ਭਾਓ, ਜਨ ਨਾਨਕ ਹਰ ਗੁਰ ਗੁਰ ਮਿਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਤਖਤ ਦੇ ਮਾਲਕ, ਸਿਧਾਂਤਾਂ ਦੇ ਖਜ਼ਾਨੇ ਗੁਰਤਾ ਗੱਦੀ ਤੇ ਸੁਭਾਈਮਾਨ, ਸਰਬ ਸਾਂਝੀਵਾਲਤਾ ਦੇ ਪੈਗੰਬਰ, ਮਨੁੱਖਤਾ ਦੇ ਰਹਿਬਰ ਸ਼ਬਦ ਗੁਰ ਪੀਰਾ ਗਹਿਰ ਗੰਭੀਰਾ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅਤੇ ਪਵਿੱਤਰ ਚਰਨ ਕਮਲਾਂ ਪਾਸ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਦੇ ਪਾਵਨ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਗੁਰਮੁਖ ਪਿਆਰੇ ਗੁਰੂ ਸਵਾਰੇ ਸਤ ਸੰਗੀ ਜਨੋ, ਵੱਡ ਭਾਗੇ ਹਾਂ ਜਿਨ੍ਹਾਂ ਨੂੰ ਸਤਿਗੁਰੂ ਦੀ ਅਪਾਰ ਕਿਰਪਾ ਅਤੇ ਰਹਿਮਤ ਸਦਕਾ ਜੀਵਨ ਦੀਆਂ ਅਮੋਲਕ ਘੜੀਆਂ ਨੂੰ ਸਫਲ ਕਰਨ ਦਾ ਸੁਭਾਗਾ ਸਮਾਂ ਪ੍ਰਾਪਤ ਹੋਇਆ। ਨਿਰੰਤਰ ਚੱਲ ਰਹੀ ਲੜੀਵਾਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਥਾ ਵਿਚਾਰ ਦੇ ਅਧੀਨ ਅੱਜ ਗੁਰੂ ਨਾਨਕ ਸਾਹਿਬ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਕੀਤੇ ਹੋਏ ਰਾਗ ਬਸੰਤ ਦੇ ਅੰਦਰ ਦਰਜ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 1169 ਦੇ ਉੱਪਰ ਸੁਭਾਈਮਾਨ ਸੰਪੂਰਨ ਸ਼ਬਦ ਦਾ ਪਾਠ ਆਪ ਜੀ ਨੇ ਸ਼ਰਵਣ ਕੀਤਾ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਸ਼ਬਦ ਦੀ ਆਰੰਭਕ ਪੰਕਤੀ ਦੇ ਵਿੱਚ ਬਖਸ਼ਿਸ਼ ਕੀਤੀ ਹੈ, ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰ ਨਾ ਦਿਸੈ ਸਰਬ ਤੋਹ। ਸਤਿਗੁਰੂ ਕਹਿੰਦੇ ਐ ਮਾਲਕ ਪ੍ਰਭੂ ਜੀ, ਸਾਰੇ ਭਵਨਾਂ ਦੇ ਵਿੱਚ ਤੇਰੀ ਮਾਇਆ ਦਾ ਮੋਹ ਹੈ, ਪਰ ਮੈਨੂੰ ਤੇਰੇ ਤੋਂ ਬਿਨਾਂ ਹੋਰ ਕੋਈ ਦੂਜਾ ਦਿਸਦਾ ਹੀ ਨਹੀਂ। ਮੈਨੂੰ ਸਾਰਿਆਂ ਦੇ ਵਿੱਚ ਤੇਰੀ ਹੀ ਜੋਤ ਦਿਸਦੀ ਹੈ। ਸਗਲ ਭਵਨ ਤੇਰੀ ਮਾਇਆ ਮੋਹ, ਮੈਂ ਅਵਰ ਨਾ ਦੀਸੈ ਸਰਬ ਤੋ। ਤੂੰ ਸੁਰ ਨਾਥਾਂ ਦੇਵਾ ਦੇਵ, ਹਰ ਨਾਮ ਮਿਲੈ ਗੁਰ ਚਰਨ ਸੇਵ। ਹਜ਼ੂਰ ਕਿਰਪਾ ਕਰਦੇ ਵੀ ਤੂੰ ਸਾਰੇ ਦੇਵਤਿਆਂ ਨਾਥਾਂ ਇਹਨਾਂ ਸਾਰਿਆਂ ਦਾ ਤੂੰ ਦੇਵਤਾ ਹੈ, ਨਾਥਾਂ ਦਾ ਦੇਵਤਿਆਂ ਦਾ ਵੀ ਤੂੰ ਪਰਮਾਤਮਾ ਦੇਵਤਾ ਹੈ। ਤੂੰ ਇਹਨਾਂ ਨਾਥਾਂ ਦਾ ਨਾਥ ਹੈ। ਹਰ ਨਾਮ ਮਿਲੈ ਗੁਰ ਚਰਨ ਸੇਵ। ਫਿਰ ਗੁਰੂ ਨਾਨਕ ਸਾਹਿਬ ਕਹਿੰਦੇ ਵੀ ਹਰੀ ਪਰਮਾਤਮਾ ਦਾ ਨਾਮ ਪ੍ਰਭੂ ਦੇ
ਚਰਨਾਂ ਨੂੰ ਸਿਮਰ ਕੇ ਮਿਲਦਾ ਹੈ। ਹਰ ਨਾਮ ਮਿਲੈ ਗੁਰ ਚਰਨ ਸੇਵ। ਗੁਰੂ ਦੇ ਚਰਨਾਂ ਦੇ ਵਿੱਚ ਜੁੜ ਕੇ ਗੁਰੂ ਦੀ ਦੱਸੀ ਸੇਵਾ ਨੂੰ ਕਰਕੇ ਔਰ ਕਮਾ ਕੇ ਪ੍ਰਮਾਤਮਾ ਦਾ ਨਾਮ ਹਾਸਲ ਹੁੰਦਾ ਹੈ। ਹੁਣ ਜਦੋਂ ਵੀ ਰੱਬੀ ਬਾਣੀ ਦੇ ਵਿੱਚ ਗੱਲ ਕੀਤੀ ਹੈ, ਸਤਿਗੁਰੂ ਨੇ ਅੱਧੇ ਤੋਂ ਜ਼ਿਆਦਾ ਬਾਣੀ ਦੇ ਵਿੱਚ ਪਰਮਾਤਮਾ ਦੇ ਨਾਮ ਦੀ ਹੀ ਗੱਲ ਕੀਤੀ ਹੈ। ਸਤਿਗੁਰੂ ਕਿਰਪਾ ਕਰਦੇ ਵੀ ਜਿੱਥੇ ਨਾਮ ਜਪਣਾ, ਧਿਆਉਣਾ, ਆਰਾਧਨਾ, ਸਿਮਰਨਾ, ਉੱਥੇ ਨਾਲ ਇਹ ਹਦਾਇਤ ਕੀਤੀ ਵੀ ਨਾਮ ਕੋਈ ਮਨੁੱਖ ਜਾਂ ਵਿਅਕਤੀ ਨਹੀਂ ਦੇ ਲੈ ਸਕਦਾ, ਨਾਮ ਕੇਵਲ ਗੁਰੂ ਦੇ ਸਕਦਾ ਹੈ। ਹਰ ਨਾਮ ਮਿਲੈ ਗੁਰ ਚਰਨ ਸੇਵ। ਹਰੀ ਪ੍ਰਮਾਤਮਾ ਦਾ ਨਾਮ ਮਿਲਦਾ ਹੈ ਗੁਰੂ ਦੇ ਚਰਨਾਂ ਦੀ ਸੇਵਾ ਕਰਕੇ, ਗੁਰ ਚਰਨ ਸੇਵ। ਇਸ ਕਰਕੇ ਗੁਰੂ ਦੇ ਚਰਨਾਂ ਦੀ ਸੇਵਾ, ਗੁਰੂ ਦੇ ਚਰਨ ਕੀ ਨੇ? ਕਈ ਵਾਰੀ ਸਾਡੇ ਮਨ ਵਿੱਚ ਇਹ ਭੁਲੇਖਾ ਪੈ ਜਾਂਦਾ ਹੈ ਵੀ ਸ਼ਾਇਦ ਜਿਵੇਂ ਸਾਡੇ ਤੁਹਾਡੇ ਦੋ ਪੈਰ ਨੇ ਤੇ ਐਵੇਂ ਹੀ ਗੁਰੂ ਦੇ ਦੋ ਚਰਨਾਂ ਜਾਂ ਪੈਰਾਂ ਦੀ ਗੱਲ ਗੁਰਬਾਣੀ ਵਿੱਚ ਕੀਤੀ ਹੈ। ਕਿਉਂਕਿ ਸਤਿਗੁਰੂ ਗੁਰਬਾਣੀ ਦੇ ਵਿੱਚ ਕਹਿੰਦੇ ਵੀ ਹਿਰਦੈ ਚਰਨ ਸ਼ਬਦ ਸਤਿਗੁਰ ਕੋ ਨਾਨਕ ਬਾਂਧਿਓ ਪਾਲ। ਗੁਰਬਾਣੀ ਦੇ ਵਿੱਚ ਗੁਰੂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣ ਦੀ ਗੱਲ ਆਈ ਹੈ। ਜੇ ਸਾਡੇ ਤੁਹਾਡੇ ਵਰਗੇ ਗੁਰੂ ਦੇ ਚਰਨ ਹੋਣ, ਫਿਰ ਇਹ ਹਿਰਦੇ ਦੇ ਵਿੱਚ ਕਿਵੇਂ ਸਮਾ ਸਕਦੇ ਨੇ? ਇਹ ਦੁਨਿਆਵੀ ਪੈਰਾਂ ਦੀ ਤਰ੍ਹਾਂ ਪੈਰ ਗੁਰੂ ਦੇ ਹਿਰਦੇ 'ਚ ਨਹੀਂ ਸਮਾ ਸਕਦੇ। ਇਸ ਕਰਕੇ ਜਿਹੜਾ ਚਰਨ ਸ਼ਬਦ ਆਇਆ ਉਹ ਸ਼ਬਦ ਵਾਸਤੇ ਹੀ ਆਇਆ ਹੈ, ਉਹ ਗਿਆਨ ਵਾਸਤੇ ਵਰਤਿਆ ਗਿਆ ਹੈ। ਸਤਿਗੁਰੂ ਕਹਿੰਦੇ ਹਿਰਦੈ ਚਰਨ। ਹੁਣ ਆਪਣੇ ਹਿਰਦੇ ਦੇ ਵਿੱਚ ਗੁਰੂ ਦੇ ਚਰਨ ਉਹ ਕਿਹੜੇ ਨੇ? ਸ਼ਬਦ ਸਤਿਗੁਰ ਕੋ। ਸਤਿਗੁਰੂ ਦਾ ਸ਼ਬਦ ਹੀ ਗੁਰੂ ਦੇ ਚਰਨ ਨੇ। ਨਾਨਕ ਬਾਂਧਿਓ ਪਾਲ। ਇਹਨਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਕੇ ਟਿਕਾ ਕੇ ਰੱਖਣਾ ਹੈ। ਕਈ ਵਾਰੀ ਸਾਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਹੈ ਵੀ ਸ਼ਾਇਦ ਜਿਹੜੀ ਗੁਰੂ ਦੇ ਚਰਨਾਂ ਦੀ ਗੱਲ ਕੀਤੀ ਗਈ ਹੈ ਵੀ ਉਹ ਜਿਹੜੇ ਪੀੜਾ ਸਾਹਿਬ ਦੇ 4 ਪਾਵੇ ਨੇ, ਇਹ 4 ਪਾਵੇ ਹੀ ਗੁਰੂ ਦੇ ਚਰਨ ਨੇ। ਤੇ ਸਾਡੀਆਂ ਬਜ਼ੁਰਗ ਮਾਈਆਂ, ਬਜ਼ੁਰਗ ਬਾਪੂ, ਉਹ ਕਈ ਵਾਰੀ ਆ ਕੇ ਪੀੜੇ ਦੇ ਪਾਵਿਆਂ ਨੂੰ ਘੁੱਟਣ ਲੱਗ ਜਾਂਦੇ ਨੇ। ਇਹ ਤੇ ਪੀੜਾ ਜਾਂ ਲੱਕੜ ਦਾ ਹੈ ਜਾਂ ਪਿੱਤਲ ਦਾ ਹੈ ਜਾਂ ਲੋਹੇ ਦਾ ਹੈ, ਇਹਨੂੰ ਘੁੱਟਣ ਨਾਲ ਕੀ ਹੋਵੇਗਾ? ਨਾ ਵੀ ਘੁੱਟੋਗੇ ਤੇ ਤਾਂ ਵੀ ਕੁਝ ਨਹੀਂ ਹੋਣਾ। ਇਸ ਕਰਕੇ ਇਹ ਗੁਰੂ ਦੇ ਚਰਨ ਨਹੀਂ, ਇਹ ਇੱਕ ਪੀੜਾ ਹੈ ਔਰ ਪੀੜੇ ਦੇ ਪਾਵੇ ਨੇ ਔਰ ਉੱਪਰ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪ੍ਰਕਾਸ਼ ਕੀਤੇ ਨੇ। ਗੁਰੂ ਦੇ ਚਰਨ ਪੀੜੇ ਦੇ ਪਾਵੇ ਨਹੀਂ। ਗੁਰੂ ਦੇ ਚਰਨ ਸਾਡੇ ਤੁਹਾਡੇ ਪੈਰਾਂ ਵਰਗੇ ਪੈਰ ਨਹੀਂ। ਗੁਰੂ ਦੇ ਚਰਨ ਕੇਵਲ ਤੇ ਕੇਵਲ ਗੁਰੂ ਦਾ ਸ਼ਬਦ ਨੇ, ਗੁਰੂ ਦਾ ਗਿਆਨ ਨੇ। ਇਸ ਗਿਆਨ ਨੂੰ ਆਪਣੇ ਹਿਰਦੇ 'ਚ ਵਸਾਉਣਾ ਹੈ। ਹਜ਼ੂਰ ਕਿਰਪਾ ਕਰਦੇ ਗੁਰ ਚਰਨ ਸੇਵ। ਗੁਰੂ ਦੇ ਚਰਨਾਂ ਦੀ ਸੇਵਾ ਕੀ ਹੈ? ਗੁਰੂ ਦੇ ਚਰਨ ਨੇ, ਗੁਰੂ ਦਾ ਸ਼ਬਦ, ਗੁਰੂ ਦਾ ਗਿਆਨ, ਤੇ ਸੇਵਾ ਕਰਨੀ ਹੈ, ਕਮਾਈ ਕਰਨੀ ਹੈ ਗੁਰੂ ਦੇ ਸ਼ਬਦ ਦੀ। ਸ਼ਬਦ ਨੂੰ ਪੜ੍ਹ ਕੇ ਵਿਚਾਰਨਾ ਹੈ ਤੇ ਜਦੋਂ ਉਹ ਸ਼ਬਦ ਦਾ ਗਿਆਨ ਆਪਣੀ ਜ਼ਿੰਦਗੀ ਦੇ ਅੰਦਰ ਲਾਗੂ ਹੋਵੇਗਾ, ਉਦੋਂ ਪ੍ਰਮਾਤਮਾ ਦੇ ਨਾਮ ਦੀ ਝਲਕ ਪਵੇਗੀ। ਹਰ ਨਾਮ ਮਿਲੈ ਗੁਰ ਚਰਨ ਸੇਵ। ਹਰੀ ਪ੍ਰਮਾਤਮਾ ਦਾ ਨਾਮ ਸਤਿਗੁਰੂ ਕਿਰਪਾ ਕਰਦੇ ਮਿਲਦਾ ਹੈ ਗੁਰੂ ਦੇ ਚਰਨਾਂ ਦੀ ਸੇਵਾ ਕਰਕੇ। ਇੱਕ ਰੱਬੀ ਬਾਣੀ ਦੇ ਵਿੱਚ ਹਜ਼ੂਰ ਦਾ ਪਾਵਨ ਬਚਨ ਹੈ, ਸਤ ਸੰਗਤ ਕੈਸੀ ਜਾਣੀਐ ਜਿੱਥੈ ਏਕੋ ਨਾਮ ਵਖਾਣੀਐ। ਏਕੋ ਨਾਮ ਹੁਕਮ ਹੈ ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਸਤਿਗੁਰੂ
ਜਦੋਂ ਪ੍ਰਮਾਤਮਾ ਦੇ ਨਾਮ ਦੀ ਗੱਲ ਕਰਦੇ ਨੇ, ਕਹਿੰਦੇ ਵੀ ਰੱਬ ਦਾ ਹੁਕਮ ਹੀ ਪ੍ਰਮਾਤਮਾ ਦਾ ਨਾਮ ਹੈ, ਉਹਦੇ ਹੁਕਮ ਵਿੱਚ ਚੱਲਣਾ ਹੀ ਨਾਮ ਜਪਣਾ ਹੈ। ਪਹਿਲਾਂ ਗੱਲ ਕੀਤੀ ਸਤ ਸੰਗਤ ਕੈਸੀ ਜਾਣੀਐ। ਕਿਹਨੂੰ ਕਿਹਾ ਜਾਂਦਾ ਸਤ ਸੰਗਤ? ਕੀ ਹੈ ਸਤ ਸੰਗਤ? ਕੋਈ ਇਹਦੀ ਖਾਸੀਅਤ, ਕੋਈ ਨਿਸ਼ਾਨੀ ਹੈ? ਸਤ ਸੰਗਤ ਕੈਸੀ ਜਾਣੀਐ। ਫਿਰ ਕਹਿੰਦੇ ਜਿੱਥੇ ਇੱਕੋ ਨਾਮ ਵਖਾਣੀਐ, ਜਿੱਥੇ ਇੱਕ ਨਾਮ ਦੀ ਗੱਲ ਹੋਵੇ। ਫਿਰ ਹਜ਼ੂਰ ਕਹਿੰਦੇ ਇੱਕੋ ਨਾਮ ਹੁਕਮ ਹੈ। ਅਕਾਲ ਪੁਰਖ ਪਰਮਾਤਮਾ ਦਾ ਨਾਮ ਇਹ ਰੱਬ ਦਾ ਹੁਕਮ ਹੀ ਹੈ। ਨਾਨਕ ਸਤਿਗੁਰ ਦੀਆ ਬੁਝਾਏ ਜੀਓ, ਜਿਹੜਾ ਰੱਬ ਦੇ ਰੱਬੀ ਭਾਣੇ 'ਚ ਹੁਕਮ 'ਚ ਰਜਾ 'ਚ ਚੱਲਦਾ ਪਿਆ, ਉਹ ਪਰਮਾਤਮਾ ਦਾ ਨਾਮ ਜਪ ਰਿਹਾ। ਹਰ ਨਾਮ ਮਿਲੈ ਗੁਰ ਚਰਨ ਸੇਵ। ਕਹਿੰਦੇ ਮੇਰੇ ਸੁੰਦਰ ਗਹਿਰ ਗੰਭੀਰ ਲਾਲ, ਐ ਮੇਰੇ ਪਰਿਪੂਰਨ ਪਰਮਾਤਮਾ, ਤੂੰ ਮਨ ਨੂੰ ਮੋਹ ਲੈਣ ਵਾਲਾ, ਸੁੰਦਰ ਔਰ ਗਹਿਰ ਤੇ ਗੰਭੀਰ, ਤੂੰ ਬਹੁਤ ਡੂੰਘੇ ਅਤੇ ਵੱਡੇ ਜ਼ਿਗਰੇ ਵਾਲਾ ਹੈ। ਗੁਰਮੁਖ ਰਾਮ ਨਾਮ ਗੁਣ ਗਾਏ, ਤੂੰ ਅਪਰੰਪਰ ਸਰਬ ਪਾਲ। ਤੇਰੇ ਉਰਲੇ ਜਾਂ ਪਰਲੇ ਹੱਦ ਬੰਨੇ ਦਾ ਕੋਈ ਪਤਾ ਨਹੀਂ ਲੱਗਦਾ। ਤੂੰ ਬੇਅੰਤ ਹੈ, ਅਪਰੰਪਰ ਹੈ ਤੇ ਸਾਰੇ ਜੀਵਾਂ ਦੀ ਪਾਲਣਾ ਕਰਨ ਵਾਲਾ। ਕਹਿੰਦੇ ਗੁਰਮੁਖ ਰਾਮ ਨਾਮ ਗੁਣ ਗਾਏ, ਗੁਰਮੁਖ ਰਾਮ ਨਾਮ ਗੁਣ ਗਾਏ। ਗੁਰੂ ਦੀ ਮੱਤ ਤੇ ਚੱਲ ਕੇ, ਗੁਰੂ ਦੇ ਮੱਤ ਦੇ ਧਾਰਨੀ ਹੋ ਕੇ ਗੁਰਮੁਖ ਰਾਮ ਨਾਮ ਗੁਣ ਗਾਏ। ਜਦੋਂ ਵੀ ਗੁਰਬਾਣੀ ਦੇ ਵਿੱਚ ਗੁਰਮੁਖ ਸ਼ਬਦ ਆਇਆ, ਇਹ ਗੁਰਮੁਖ ਸ਼ਬਦ ਗੁਰੂ ਦੀ ਮੱਤ ਦੇ ਧਾਰਨੀਆਂ ਵਾਸਤੇ ਵਰਤਿਆ ਗਿਆ, ਵੀ ਜਿਹੜਾ ਗੁਰੂ ਦੀ ਮੱਤ ਦਾ ਧਾਰਨੀ ਹੈ। ਹਜ਼ੂਰ ਕਿਰਪਾ ਕਰਦੇ, ਕਹਿੰਦੇ ਗੁਰਮੁਖ ਰਾਮ ਨਾਮ ਗੁਣ ਗਾਏ। ਜਿਹੜੇ ਗੁਰੂ ਦੀ ਮੱਤ ਤੇ ਚੱਲ ਕੇ ਰਮੇ ਹੋਏ ਰਾਮ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਜਪਣ, ਉਹਨਾਂ ਨੂੰ ਪਤਾ ਲੱਗ ਜਾਂਦਾ ਹੈ ਵੀ ਤੂੰ ਅਪਰੰਪਰ ਸਰਬਪਾਲ, ਪਰਮਾਤਮਾ ਤੂੰ ਬੇਅੰਤ ਹੈ ਤੇ ਸਾਰੇ ਹੀ ਜੀਵਾਂ ਨੂੰ ਪਾਲ ਰਿਹਾ ਹੈ। ਫਿਰ ਹਜ਼ੂਰ ਕਹਿੰਦੇ ਬਿਨ ਸਾਧ ਨਾ ਪਾਈਐ ਹਰ ਕਾ ਸੰਗ। ਗੁਰਬਾਣੀ ਦੇ ਵਿੱਚ ਸਾਧ ਸ਼ਬਦ ਆਇਆ, ਜਿਵੇਂ ਅੱਜ ਗੁਰੂ ਨਾਨਕ ਸਾਹਿਬ ਨੇ ਆਖਿਆ ਵੀ ਬਿਨ ਸਾਧ ਨਾ ਪਾਈਐ ਹਰ ਕਾ ਸੰਗ, ਵੀ ਸਾਧ ਤੋਂ ਬਿਨਾ ਹਰੀ ਦਾ ਸੰਗ, ਸਾਥ ਸੰਗਤ ਪ੍ਰਾਪਤ ਨਹੀਂ ਹੋ ਸਕਦੀ। ਬਿਨ ਸਾਧ ਨਾ ਪਾਈਐ ਹਰ ਕਾ ਸੰਗ। ਸਾਧ ਸ਼ਬਦ ਗੁਰਬਾਣੀ ਦੇ ਵਿੱਚ ਗੁਰੂ ਵਾਸਤੇ ਵਰਤਿਆ ਗਿਆ, ਗੁਰੂ ਵਾਸਤੇ। ਇਸ ਕਰਕੇ ਸਤਿਗੁਰੂ ਕਿਰਪਾ ਕਰਦੇ ਵੀ ਗੁਰੂ ਤੋਂ ਬਿਨਾ ਰੱਬ ਨਹੀਂ ਮਿਲ ਸਕਦਾ, ਗੁਰੂ ਤੋਂ ਬਿਨਾ ਪਰਮਾਤਮਾ ਦੀ ਸੰਗਤ ਨਹੀਂ ਹੋ ਸਕਦੀ। ਬਿਨ ਸਾਧ ਨਾ ਪਾਈਐ ਹਰ ਕਾ ਸੰਗ। ਗੁਰਬਾਣੀ ਦੇ ਵਿੱਚ ਜਦੋਂ ਵੀ ਸਤਿਗੁਰੂ ਨੇ ਗੱਲ ਕੀਤੀ ਹੈ, ਕਈ ਵਾਰੀ ਅਸੀਂ ਇਹ ਗੱਲ ਕਹਿੰਦੇ ਆ ਵੀ ਕਿਸੇ ਦੇਹ ਦੀ ਲੋੜ ਪੈਂਦੀ ਹੈ ਰੱਬ ਨੂੰ ਮਿਲਣ ਵਾਸਤੇ। ਸਰੀਰ ਦਾ ਇੱਕ ਹੋਣਾ ਬਿਲਕੁਲ ਜ਼ਰੂਰੀ ਹੈ। ਜੇ ਸਰੀਰ ਹੋਵੇਗਾ ਤੇ ਰੱਬ ਦੇ ਨਾਲ ਮਿਲਾਪ ਹੋ ਸਕਦਾ ਹੈ। ਪਰ ਸਤਿਗੁਰੂ ਕਿਰਪਾ ਕਰਦੇ, ਤੈਂਡੀ ਬੰਦਿਸ਼ ਮੈਂ ਕੋਏ ਨਾ ਡਿਠਾ, ਤੂੰ ਨਾਨਕ ਮਨ ਭਾਣਾ ਘੋਲ ਘੁਮਾਈ, ਤਿਸ ਮਿੱਤਰ ਵਿਚੋਲੇ ਜੈ ਮਿਲ ਕੰਤ ਪਛਾਣਾ। ਇੱਥੇ ਮਿੱਤਰ ਤੇ ਵਿਚੋਲਾ ਜਿਹੜਾ ਸ਼ਬਦ ਵਰਤਿਆ ਗਿਆ, ਉਹ ਗੁਰੂ ਵਾਸਤੇ ਵਰਤਿਆ ਗਿਆ ਹੈ। ਕਹਿੰਦੇ ਮੈਂ ਬਲਿਹਾਰ ਹਾਂ ਆਪਣੇ ਉਸ ਮਿੱਤਰ ਵਿਚੋਲੇ ਗੁਰੂ ਤੋਂ, ਜੈ ਮਿਲ ਕੰਤ ਪਛਾਣਾ, ਜਿਹਦੀ ਬਦੌਲਤ ਮੈਂ ਆਪਣੇ ਕੰਤ ਖਸਮ ਅਕਾਲ ਪੁਰਖ ਨੂੰ, ਪਰਮਾਤਮਾ ਨੂੰ ਪਾ ਲਿਆ। ਜੈ ਮਿਲ ਕੰਤ ਪਛਾਣਾ। ਫਿਰ ਹਜ਼ੂਰ ਕਹਿੰਦੇ ਵੀ ਪਾਮ ਸੁਹਾਵੇ ਜਾਂ ਤਉ ਧਿਰ ਜੁਲਦੇ, ਸੀਸ ਸੁਹਾਵਾ ਚਰਨੀ, ਮੁਖ ਸੁਹਾਵਾ ਜਾਂ ਤਉ ਜਸ ਗਾਵੇ, ਜੀਉ ਪਿਆ ਤਉ ਸ਼ਰਨੀ। ਹਜ਼ੂਰ ਕਿਰਪਾ ਕਰਦੇ ਵੀ ਇਹ ਜਿਹੜਾ ਮੂੰਹ ਹੈ, ਜ਼ੁਬਾਨ ਹੈ, ਇਹ ਤਾਂ ਸੋਹਣੀ ਹੈ, ਤਾਂ ਸ਼ੋਭਦੀ ਹੈ
ਜੇ ਪ੍ਰਮਾਤਮਾ ਦੇ ਗੁਣਾਂ ਨੂੰ ਇਹ ਜ਼ੁਬਾਨ ਗਾਵੇ। ਕਹਿੰਦੇ ਇਹ ਪੈਰ ਤਾਂ ਸਫਲੇ ਤਾਂ ਭਲੇ ਨੇ ਜੇ ਗੁਰੂ ਦੇ ਦੱਸੇ ਮਾਰਗ ਤੇ ਇਹ ਪੈਰ ਚੱਲਣ। ਇਹ ਹੱਥ ਤਾਂ ਸਫਲੇ ਨੇ ਜੇ ਗੁਰੂ ਦੀ ਦੱਸੀ ਕਿਰਤਕਾਰ ਇਹ ਹੱਥ ਕਰਨ। ਇਸ ਕਰਕੇ ਹਜ਼ੂਰ ਕਿਰਪਾ ਕਰਦੇ, ਕਹਿੰਦੇ ਵੀ ਰੱਬ ਦੇ ਨਾਲ ਮਿਲਾਪ ਕੇਵਲ ਗੁਰੂ ਦੇ ਸ਼ਬਦ ਤੇ ਗੁਰੂ ਦੇ ਗਿਆਨ ਨੇ ਹੀ ਕਰਾਉਣਾ ਹੈ। ਬਿਨ ਸਾਧ ਨਾ ਪਾਈਐ ਹਰਿ ਕਾ ਸੰਗ। ਗੁਰੂ ਤੋਂ ਬਿਨਾਂ ਹਰੀ ਪਰਮਾਤਮਾ ਦੀ ਰੱਬ ਦੀ ਸੰਗਤ ਨਹੀਂ ਹੋ ਸਕਦੀ। ਪਰਮਾਤਮਾ ਦੇ ਨਾਲ ਮਿਲਾਪ ਕੇਵਲ ਗੁਰੂ ਕਰਵਾ ਸਕਦਾ ਹੈ। ਕਹਿੰਦੇ ਬਿਨ ਗੁਰ ਮੈਲ ਮਲੀਨ ਅੰਗ। ਗੁਰੂ ਤੋਂ ਬਿਨਾਂ, ਗਿਆਨ ਤੋਂ ਬਿਨਾਂ ਮਨ ਦੀ ਮੈਲ ਨਹੀਂ ਉਤਰ ਸਕਦੀ। ਮਲੀਨ ਅੰਗ, ਤੇ ਸਰੀਰ ਵੀ ਮਲੀਨ ਹੈ। ਭਾਵ ਕਿ ਵਿਕਾਰਾਂ ਦੇ ਵਿੱਚ ਸਰੀਰ ਵੀ ਗੰਦਾ ਹੈ। ਜੇ ਗੁਰੂ ਨਾ ਮਿਲੇ ਤੇ ਮਨ ਤੋਂ ਵਿਕਾਰਾਂ ਦੀ ਮੈਲ ਵੀ ਦੂਰ ਨਹੀਂ ਹੋ ਸਕਦੀ। ਇਸ ਕਰਕੇ ਹਜ਼ੂਰ ਕਿਰਪਾ ਕਰਦੇ, ਬਿਨ ਗੁਰ ਮੈਲ ਮਲੀਨ ਅੰਗ। ਗੁਰੂ ਤੋਂ ਬਿਨਾ ਰੱਬ ਦਾ ਮਿਲਾਪ ਨਹੀਂ, ਤੇ ਗੁਰੂ ਤੋਂ ਬਿਨਾ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋਇਆ ਨਹੀਂ ਜਾ ਸਕਦਾ। ਇਸ ਕਰਕੇ ਗੁਰੂ ਦਾ ਗਿਆਨ ਜਾਂ ਗੁਰੂ ਦਾ ਸ਼ਬਦ ਹੀ ਮਨ ਤੋਂ ਵਿਕਾਰਾਂ ਦੀ ਮੈਲ ਨੂੰ ਧੋ ਸਕਦਾ ਹੈ। ਬਿਨ ਹਰ ਨਾਮ ਨਾ ਸੁਧ ਹੋਏ। ਫਿਰ ਸਤਿਗੁਰੂ ਕਹਿੰਦੇ ਰੱਬ ਦੇ ਨਾਮ ਤੋਂ ਬਿਨਾਂ ਬੰਦੇ ਨੂੰ ਸੁਧ ਵੀ ਨਹੀਂ। ਸੁਧ ਦਾ ਭਾਵ ਅਕਲ ਵੀ ਨਹੀਂ। ਜਿਹਨੂੰ ਗੁਰਬਾਣੀ ਵਿੱਚ ਹਜ਼ੂਰ ਨੇ ਆਖਿਆ ਵੀ ਬਿਨ ਸ਼ਬਦੈ ਜਗ ਬਹੁ ਰਾਨੰ, ਵੀ ਸ਼ਬਦ ਤੋਂ ਬਿਨਾਂ ਸਾਰਾ ਜਗਤ ਹੀ ਪਾਗਲ ਹੈ। ਸ਼ਬਦਾਂ ਦੇ ਨਾਲ ਹੀ ਦੁਨੀਆ ਦੀ ਕਿਰਤ ਕਾਰ ਵਿਹਾਰ ਚੱਲ ਰਹੀ ਹੈ। ਮੂੰਹ ਦੇ ਵਿੱਚੋਂ ਸ਼ਬਦ ਨਿਕਲ ਰਹੇ ਨੇ ਔਰ ਤਾਂ ਹੀ ਉਸ ਕਰਤੇ ਦੀ ਕੁਦਰਤ ਚੱਲ ਰਹੀ ਹੈ। ਜੇ ਸ਼ਬਦ ਮੂੰਹ ਦੇ ਵਿੱਚੋਂ ਨਾ ਨਿਕਲ, ਨਾ ਪ੍ਰਗਟ ਹੋਣ, ਮੰਨ ਲਓ ਵੀ ਇੱਕ ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਕੋਈ ਆਪਣੀ ਜ਼ੁਬਾਨ ਤੋਂ ਸ਼ਬਦ ਪ੍ਰਗਟ ਨਾ ਕਰੇ, ਉਸ ਬੰਦੇ ਨੂੰ ਕਦੀ ਵੀ ਨਫਾ ਪ੍ਰਾਪਤ ਨਹੀਂ ਹੋ ਸਕਦਾ, ਲਾਭ ਪ੍ਰਾਪਤ ਨਹੀਂ ਹੋ ਸਕਦਾ। ਇੱਕ ਬਿਜ਼ਨਸਮੈਨ, ਦੁਕਾਨਦਾਰ ਦੁਕਾਨ ਤੇ ਬੈਠ ਕੇ ਸਾਰਾ ਦਿਨ ਬੋਲੇ ਨਾ ਤੇ ਉਹਨੂੰ ਕਦੀ ਨਫਾ ਪ੍ਰਾਪਤ ਨਹੀਂ ਹੋ ਸਕਦਾ। ਇਸ ਕਰਕੇ ਜਿੰਨੀ ਵੀ ਕਿਰਤਕਾਰ ਜਾਂ ਉਸ ਕਰਤੇ ਦੀ ਕੁਦਰਤ ਚੱਲ ਰਹੀ, ਉਹ ਸ਼ਬਦਾਂ ਦੇ ਸਿਰ ਤੇ ਚੱਲ ਰਹੀ ਹੈ। ਸਾਰੀ ਦੁਨੀਆ ਦੇ ਲੋਕ ਜੇ ਪ੍ਰਣ ਕਰ ਲੈਣ ਵੀ ਅਸੀਂ ਕੋਈ ਸ਼ਬਦ ਪ੍ਰਗਟ ਆਪਣੀ ਜ਼ੁਬਾਨ ਤੋਂ ਕਰਨਾ ਨਹੀਂ, ਇੱਕ ਦਿਨ ਦੇ ਵਿੱਚ ਕਿੰਨੇ ਕਰੋੜ ਘਾਟਾ ਪੈ ਸਕਦਾ ਹੈ ਸ਼ਬਦ ਤੋਂ ਬਿਨਾਂ। ਇਸ ਕਰਕੇ ਜਿਹੜੀ ਸਾਡੀ ਸਮਾਜ ਦੇ ਅੰਦਰ ਸਾਂਝ ਹੈ ਉਹ ਸ਼ਬਦਾਂ ਕਰਕੇ ਹੈ। ਸ਼ਬਦਾਂ ਕਰਕੇ ਸਾਡੀ ਸਾਂਝ। ਸ਼ਬਦ ਨਾ ਹੋਣ ਤੇ ਕਦੀ ਉਸ ਕਾਦਰ ਦੀ ਕੁਦਰਤ ਵਧ ਹੀ ਨਹੀਂ ਸਕਦੀ। ਕੁਦਰਤ ਵੱਧ ਰਹੀ ਹੈ ਤੇ ਸ਼ਬਦਾਂ ਕਰਕੇ, ਵਿਕਾਸ ਹੋ ਰਿਹਾ ਤੇ ਸ਼ਬਦਾਂ ਕਰਕੇ। ਇਸ ਸੰਸਾਰ ਦੇ ਅੰਦਰ ਜੇਕਰ ਲੋਕ ਲਾਭ ਤੇ ਨਫਾ ਖੱਟ ਰਹੇ ਨੇ, ਉਹ ਕੇਵਲ ਸ਼ਬਦਾਂ ਕਰਕੇ ਖੱਟ ਰਹੇ ਨੇ। ਇਸ ਕਰਕੇ ਸ਼ਬਦ ਦੀ ਗੱਲ ਜਿਹੜੀ ਗੁਰਬਾਣੀ ਦੇ ਅੰਦਰ ਕੀਤੀ ਹੈ, ਸ਼ਬਦ ਆਪਣੀ ਜ਼ਿੰਦਗੀ ਤੇ ਜੀਵਨ ਦੇ ਅੰਦਰ ਅਤ ਜ਼ਰੂਰੀ ਹੈ। ਕਿਉਂਕਿ ਸ਼ਬਦ ਤੋਂ ਬਿਨਾਂ ਕਦੀ ਸੁੱਧ ਨਹੀਂ, ਅਕਲ ਨਹੀਂ ਆ ਸਕਦੀ। ਸ਼ਬਦਾਂ ਦੇ ਨਾਲ ਹੀ ਕੇਵਲ ਕ੍ਰਾਂਤੀ ਆਉਂਦੀ ਹੈ। ਜਦੋਂ ਵੀ ਇਨਕਲਾਬ ਲਿਆਂਦਾ ਉਦੋਂ ਸ਼ਬਦਾਂ ਨੇ ਲਿਆਂਦਾ ਹੈ। ਜਦੋਂ ਵੀ ਕਿਸੇ ਦਾ ਜੀਵਨ ਬਦਲਿਆ ਤੇ ਉਹ ਸ਼ਬਦਾਂ ਦੇ ਨਾਲ ਬਦਲਿਆ ਹੈ, ਗਿਆਨ ਨਾਲ।